दोस्तों, मैं हूँ याज मोरस और जैसा कि आप जानते हैं कि मैं अक्सर जो है वो सोशल मीडिया पर वीडियोस बनाता हूँ और मुख्तलिफ़ लोगों के इंटरव्यूज़ कंडक्ट करता हूँ। आज जो है ये मेरे लिए बहुत खुशी की बात है कि आज मैं अपने दादा का उनके साथ जो है वो इंटरव्यू जो है वो उनके साथ ये बातचीत करूँगा। और इस इंटरव्यू का, इस वीडियो का मकसद ये है कि अक्सर हम जो है अ, अपने उन लोगों को जो हमसे बिछड़ जाते हैं और उसके बाद हम ये अक्सर शिकवा करते हैं, उनके मुतालिक बातें करते हैं, लेकिन ज़िंदगी में जब वो हमारे पास होते हैं, हमारे साथ रहते हैं, ज़िंदा होते हैं, तो हम उनको खराज तहसीन पेश करने के लिए कोई एफ़र्ट नहीं करते। तो मेरा ये मानना है कि हमें ये चाहिए कि जो हमारे बुज़ुर्ग हैं वो जब तक ज़िंदा है उनकी ज़िंदगी में ये वैल्यू दिलाना, एहसास दिलाना कि वो हमारे लिए बहुत अहमियत रखते हैं, बहुत ज़रूरी है। तो ये वीडियो जो मैंने अक्सर अपने मुख्तलिफ़ लोगों के साथ कंडक्ट करता हूँ, तो मैंने सोचा कि इस दफ़ा क्यों ना मैं अपने दादा के साथ करूँ, उनकी ज़िंदगी के बारे में करूँ। वो तकरीबन 100 साल की उम्र के करीब उनकी जो है वो उम्र होने वाली है। तो मेरे लिए बहुत खुशी की बात है। हमारी गुफ्तगू जो होगी वो पंजाबी में होगी, बड़ी नॉर्मल सी होगी। उसमें हम दादा अपने से पूछेंगे उनकी ज़िंदगी कैसे शुरू हुई और ख़ास तौर पर उन्होंने पाकिस्तान को जब बनते देखा था और उसके बाद यहाँ पर जब आबाद हुए तो ये कैसा सिलसिला रहा। तो मैं अपने दादा से गुफ्तगू का आगाज़ करता हूँ। दादा, सब तो पहला दसना है तुसी कित्थे पैदा होए सो? मंडियाले मंडियाले। ये कित्थे? मंडियाला कित्थे वे? मंडियाला सियालकोट कोल। सियालकोट दे कोल। अच्छा, हाँ ते जी, ए पिंड पिंड मंडियाला ओदा नाम है, वो पिंड दा नाम मंडियाला। ते ओदी कोई वजह खास उन्हें क्यों मंडियाले कहंदे? पिंड ही मंडियाला सी। अच्छा ਉਹਦਾ ਮਕਸਦ ਇਹ ਸੀ ਵੀ ਜਦੋਂ ਅਸੀਂ ਉੱਥੇ ਮੰਡਿਆਲੇ ਹਿੰਦੂਆਂ ਦਾ ਪਿੰਡ अच्छा ਉਹ ਟੁਰ ਗਏ ਨੇ, अच्छा। ਅਸਾਂ ਉਹਨਾਂ ਦੀਆਂ ਜ਼ਮੀਨਾਂ ਵਾਹ ਲਈਆਂ ਨੇ। ये पाकिस्तान बनन तो पहला की गल है? ਨਾ ਪਾਕਿਸਤਾਨ ਆਹੋ ਪਹਿਲਾਂ ਦੀ ਗੱਲ ਜਦੋਂ ਅੱਛਾ। ਗਏ ਨੇ, अच्छा अच्छा ਜਦੋਂ ਅਸਾਂ ਉਹ ਜ਼ਮੀਨਾਂ ਉਹਨਾਂ ਦੀਆਂ ਵਾਹ ਲਿਆ ਨੇ, ਡੰਗਰ ਬੱਚਾ ਵੀ ਹਾਂ ਢੇਰ ਘੂਰ ਲਿਆ, ठीक है, ਉਹ ਫਿਰ ਦੇ ਲੈ ਕੇ सही। ਫਿਰ ਕੋਈ ਤਕਰੀਬਨ 20 ਸਾਲ ਅਸੀਂ ਜ਼ਮੀਨ ਉਹ ਵਾਂਦੇ ਰਹੇ। अच्छा ਫਿਰ ਉਹ ਜ਼ਮੀਨ ਵਾਂਦੇ ਬਸ ਉੱਥੋਂ ਆਣ ਕੇ ਮੈਂ ਪਾਗਲ ਹੋ ਗਿਆ। अच्छा ਪਾਗਲ ਦਾ ਮਕਸਦ ਇਹ ਨਹੀਂ ਮੈਂ ਪਾਗਲ ਹੋ ਗਿਆ, अच्छा ਉਂਝ ਕੋਈ ਬੰਦੇ ਨਾਲ ਕਿ ਚੰਗੀ ਮੰਡੀ ਹੋਣੀ ਤੇ ਮੈਂ ਗੱਲ ਪੈ ਜਾਣਾ। अच्छा ਅੱਗੋਂ ਫਿਰ ਸਾਨੂੰ ਦਿੱਤੀ ਹੈ ਗੌਰਮੈਂਟ ਨੇ ਜ਼ਮੀਨ, अच्छा ਭਰਾ ਮੇਰੇ ਨੂੰ। अच्छा ਜਿਹੜੀ ਹੈ ਲਈ ਵਾਲੀ। ਅੱਛਾ, ਲਈ ਵਾਲੀ, ਠੀਕ ਹੈ। ਜਦੋਂ ਨਾ ਗੌਰਮੈਂਟ ਨੇ ਸਾਨੂੰ ਫਿਰ ਦਿੱਤੀ ਹੈ ਜ਼ਮੀਨ ਭਰਾ ਮੇਰੇ ਨੂੰ, ਅੱਛਾ ਉਹਨੇ ਆਖਿਆ ਤੂੰ ਸਾਡੇ ਗਲੋਂ ਲਾਓ ਅੱਛਾ ਤੇ ਤੂੰ ਸਾਡੇ ਕੋਲ ਜ਼ਮੀਨ ਲੈ ਲੈ। ਅੱਛਾ, ਤੁਸੀਂ ਤੰਗ ਕਰਦੇ ਆਪਣੇ ਭਰਾ ਨੂੰ ਤੇ ਇਸ ਲਈ ਦੂਜਿਆਂ ਲੋਕਾਂ ਨੂੰ ਭਰਾਵਾਂ ਨੂੰ ਅੱਛਾ, ਮੈਂ ਗੱਲ ਹੀ ਕਰਨਾ ਠੀਕ ਹੈ। ਸੀ। ਅੱਛਾ, ਤੇ ਉਹਨਾਂ ਨੇ ਫਿਰ ਆਖਿਆ ਕਿ ਵੀ ਉਹਨਾਂ ਫਿਰ ਮੈਨੂੰ ਆਖਿਆ ਵੀ ਤੂੰ ਇਹ ਜ਼ਮੀਨ ਲੈ ਲੈ ਅੱਛਾ ਤੇ ਭਾਈ ਤੂੰ ਇੱਥੋਂ ਜਾ। ਅੱਛਾ ਮੈਨੂੰ ਫਿਰ ਉਹਨਾਂ ਜ਼ਮੀਨ ਦੇ ਛੜੀ ਹੈ। ਅੱਛਾ ਉਹਨਾਂ ਜਦੋਂ ਦੇ ਛੜੀ ਜ਼ਮੀਨ ਤੇ ਅੱਗੇ ਆਏ ਤੇ ਅੱਗੇ ਫਿਰ ਇਹ ਜੀ 10 ਪੈਲੀਆਂ ਨੇ, ਅੱਛਾ ਉਹ ਫਿਰ ਲਈਆਂ। ਅੱਛਾ ਫਿਰ ਉਹ ਲੈ ਅੱਛਾ। ਕੇ ਅੱਗੇ ਤਾਂ ਹੀ ਹੋਰ ਗੱਲ ਜ਼ਮੀਨ ਦੀ ਬਾਤ ਕਰ ਰਹੇ, ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਭਰਾ ਸੋ? 4 4 ਭਰਾ ਤੇ ਕਿੰਨੀਆਂ ਭੈਣਾਂ? ਭੈਣਾਂ 5। ਅੱਛਾ, ਤੇ ਤੁਹਾਡਾ ਕਿਹੜਾ ਨੰਬਰ ਸੀ? ਸਾਡਾ ਕੋਈ ਹੈ ਸੀ ਕੋਈ ਇੱਕ ਤੋਂ ਅੱਗੇ ਦੂਜਾ। ਤੇ ਤੁਹਾਡੇ ਜਿਹੜੇ ਵਾਲਿਦ ਸਾਹਿਬ ਹਨ ਦਾ ਜਿਹੜੇ ਤੁਹਾਡੇ ਸਾਡੇ ਪੜਦਾਦਾ ਸਨ ਉਹਨਾਂ ਸੀ, ਉਹ ਕੀ ਕਰਦੇ ਸੀ? ਉਹ ਚੰਬੜਾ ਖਰੀਦਦਾ ਸੀ ਜੀ। ਅੱਛਾ, ਤੇ ਚਮੜੇ ਦਾ ਕੀ ਖਰੀਦ ਕੇ ਕੀ ਕੋਈ ਫੈਕਟਰੀ? ਚੰਬੜੇ ਦਾ ਖਰੀਦ ਕੇ ਤੋਂ ਮੁੜ ਕੇ ਚਰਮੰਗ ਹੁੰਦੇ ਸਨ, ਚੰਬੜਾ ਰੰਗਣ ਵਾਲੇ। ਅੱਛਾ ਉਹ ਸਾਡੇ ਚੱਕ 'ਚ ਫਿਰ ਉਹ ਚਰਮੰਗ ਬੈਠੇ ਸਨ, ਅੱਛਾ ਉਹਨਾਂ ਨੇ ਫਿਰ ਉਹ ਚਮੜਾ ਲਿਆ ਕੇ ਦੇਣਾ ਅੱਛਾ ਤੇ ਆਪਣਾ ਮਹਿੰਗਾ ਸਸਤਾ ਲਿਆ ਕੇ ਉਹਨਾਂ ਨੂੰ ਦੇਣਾ ਤੇ ਠੀਕ ਠਾਕ ਉਹਦਾ ਵਕਤ ਲੰਘਦਾ। ਅੱਛਾ ਉਹਦੇ ਵਕਤ ਲੰਘਣ ਨਾਲ ਮੈਂ ਉਹਨਾਂ ਦੇ ਵਿੱਚ ਕੁਝ ਨੂੰ ਪੜ੍ਹ ਰਹਿ ਗਿਆ। ਤੇ ਪੜ੍ਹੇ ਕਿਉਂ? ਸਕੂਲ ਉਦੋਂ ਨਹੀਂ ਸਨ ਹੁੰਦੇ, ਨਹੀਂ ਸਨ? ਸਕੂਲ ਹੈ ਸਨ, ਅੱਛਾ ਬਸ ਛੋਟੇ ਤੋਂ ਲਾ ਕੇ ਮੈਂ ਰਿਹਾ ਹੀ ਇਸੇ ਤਰ੍ਹਾਂ ਵੱਡੀਆਂ ਜੀ। ਅੱਛਾ ਮੈਂ ਹੁਣ ਪਿਆ ਕਰ ਨਹੀਂ, ਮੈਂ ਬੱਲੇ ਬੱਲੇ। ਅੱਛਾ ਤੇ ਕੋਈ ਸਕੂਲੇ ਜਾਣਾ ਤੇ ਰਾਹ 'ਤੇ ਕੁੱਟ ਫਾਂਡ ਕਰਦੇ ਰਹਿਣੀ ਅੱਛਾ ਤੇ ਪੈਸੇ ਕੁਝ ਮੀਲ ਡੇਢ ਅੱਛਾ। ਸਕੂਲ ਦੀ ਜਿੱਥੇ। ਤੇ ਉਦੋਂ ਸਕੂਲ ਦੀਆਂ ਪੜ੍ਹਾਈਆਂ ਕਿੰਜ ਦੀਆਂ ਹੁੰਦੀਆਂ ਸਨ? ਅੱਜ ਕੱਲ੍ਹ ਜਿੱਦਾਂ ਤੁਸੀਂ ਵਹਿੰਦੇ ਹੋ ਇੰਜ ਹੀ ਨਾ ਹੁੰਦਾ ਸੀ? ਨਾ, ਇਹ ਤੇ ਅੱਜ ਕੱਲ੍ਹ ਤੇ ਜੀ ਐਵੇਂ ਘਰਦਿਆਂ ਜੀਆਂ ਨੂੰ ਤੰਗ ਕਰਨ ਵਾਲੀ ਗੱਲ ਹੈ, ਅੱਛਾ। ਪੜ੍ਹਾਈ ਕੋਈ ਨਹੀਂ। ਅੱਛਾ ਹੁਣ ਤੇ ਜਾਣਾ ਮਗਰੋਂ ਜੰਮਦੇ ਬੇਬੇ ਗੇਤਰੀ ਲੈ ਕੇ ਸਕੂਲੇ ਆਉਂਦੀ, ਅਲ ਬੇ ਉਹਨਾਂ ਨੂੰ ਆਉਂਦੀ ਨਹੀਂ। ਨਹੀਂ ਸਹੀ। ਉਹ ਸਾਡੇ ਬਾਰੇ ਵਾਵਾ ਹੁਸ਼ਿਆਰ ਬੰਦਾ ਸੀ, 5-6 ਸਾਲਾਂ ਨਾਲ ਹੁੰਦਾ ਸੀ ਸਕੂਲੇ ਪਾਉਂਦੇ ਸਾਲ। ਅੱਛਾ ਹੁਣ ਦੂਜੇ ਸਾਲ ਹੀ ਸਕੂਲੇ ਪਾਈ ਛੱਡਦੇ ਨੇ। ਤੇ ਅੱਛਾ ਠੀਕ ਹੈ। ਤੇ ਅੱਛਾ ਦਾਦਾ, ਜਿਹੜਾ ਤੁਹਾਡੇ ਵੱਡੇ ਭਰਾ ਸਨ ਦਾਦਾ ਸਰਦਾਰ, ਹਾਂਜੀ, ਤੇ ਉਹਨਾਂ ਦਾ ਕਾਹਦਾ ਕੰਮ ਹੁੰਦਾ ਸੀ? ਕੀ ਉਹਦਾ ਕਾਰੋਬਾਰ ਕਾਰੋਬਾਰ ਹੁੰਦਾ ਸੀ ਦਸਤਾਨਿਆਂ ਦਾ ਅੱਛਾ
ਤੇ ਸੂਟ ਕੇਸਾਂ ਦਾ ਉਹਦਾ ਖੁਦ ਇਹ ਲੈਦਰ ਤੇ ਬਣਾਉਂਦੇ ਸਨ। ਖੁਦ ਆਪਣਾ ਘਰ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ। ਪਹਿਲਾਂ ਦੀ ਗੱਲ ਹੈ ਤੇ ਪਾਕਿਸਤਾਨ ਬਣਿਆ ਵੀ ਉਹ ਸਾਰਾ। ਅੱਛਾ, ਤੇ ਉਹ ਸਿੱਖਾਂ ਨਾਲ ਮਿਲ ਕੇ ਉਹ ਸਿੱਖਾਂ ਕੰਮ ਕਰਦਾ। ਅੱਛਾ, ਤੇ ਫਿਰ ਜਦੋਂ ਤੁਸੀਂ ਇੱਥੇ ਆ ਗਏ ਤੇ ਕੋਈ ਯਾਦ ਹੈ ਕਿ ਕਿਹੜੇ ਸੰਨ ਦੇ ਵਿੱਚ ਤੁਸੀਂ ਇੱਥੇ ਲਈ ਆਏ ਸੀ? ਸਾਨੂੰ ਤਾਂ ਮੈਨੂੰ ਨਹੀਂ ਪਤਾ। ਅੱਛਾ, ਉਂਝ ਬਾਕੀ ਫਿਰ ਉੱਥੋਂ ਨਾ ਜਦੋਂ ਉਹ ਲੱਗੇ ਨੇ ਨਾ ਮੰਡਿਆਲੇ, ਉਹਨਾਂ ਨੇ ਪਹਿਲਾਂ ਮਾਰ ਮਾਰੀ ਥੂਰੇ ਸਿਆਲਕੋਟ 'ਚ ਕ੍ਰਿਸਚਨ ਡਾਊਨ। ਸਹੀ। ਕ੍ਰਿਸਚਨ ਡਾਊਨ ਲੋਕ ਲੱਗਿਆ ਆਖਣ ਜੀ ਇੱਥੇ ਜ਼ਮੀਨ ਵਿਕੇਗੀ। ਸਹੀ। ਅਸਾਂ ਕੋਈ ਤਕਰੀਬਨ 3 ਕਨਾਲਾਂ ਜ਼ਮੀਨ ਜਾ ਕੇ ਤੇ ਮੈਂ ਉੱਥੇ ਬਹਿ ਰਹਾ 3 ਕਨਾਲਾਂ ਜ਼ਮੀਨ ਪੂੰਜੀ ਵਾਲੀ। ਸਹੀ ਹੈ, ਠੀਕ ਹੈ। ਇੱਥੇ ਤਾਂ ਸਾਡੀ ਗੱਲ ਜਾਰੀ ਰਹੇਗੀ, ਇੱਥੇ ਹੀ ਬ੍ਰੇਕ ਲੈਂਦੇ ਹਾਂ ਦੋਸਤੋ, ਬ੍ਰੇਕ लेंगे। ब्रेक वेलकम बैक दोस्त। के बाद हम वापस आए हैं, तो दादा से मैं गुफ्तगू करूंगा। अभी से मैं थोड़ी सी जो गुफ्तगू है इसको समराइज़ कर दूं कि दादा बता रहे थे कि उनके जो है वो वालदैन और ख़ास तौर पे बड़े भाई वो लेदर का काम करते थे और बचपन में जो है वो काफ़ी शरारती थी, इसकी वजह से ही वो तालीम हासिल नहीं कर पाए। दादा ਜਦੋਂ ਤੁਸੀਂ ਇੱਥੇ ਆਏ ਹੋ ਕਿੰਜ ਦੇ ਹਾਲਾਤ ਸਨ ਇੱਥੇ? ਕੀ ਸੂਰਤ ਹਾਲ ਸੀ? ਐਂ ਜੀ ਬਾਦ ਸੀ ਜਾਂ ਵੀਰਾਨ ਹੁੰਦਾ ਸੀ? ਇੱਥੇ ਜੀ ਵੀਰਾਨ ਸੀ। ਅੱਛਾ। ਸਾਨੂੰ ਮਿਸ਼ਨ ਚੌਲ ਤੇ ਰੋਟੀਆਂ ਦਿੰਦੀ ਰਹੀ ਹੈ। ਅੱਛਾ। ਚੌਲ ਦਿੰਦੀ ਰਹੀ ਹੈ, ਘਿਓ ਮੰਨਦਾ, ਕਣਕ ਮੰਨਦੀ। ਸਹੀ। ਕਿਸੇ ਵੇਲੇ ਜਦੋਂ ਨਹੀਂ ਉਹ ਕਿਉਂ ਦਿੰਦੇ ਸਨ? ਉਹ ਦਿੰਦੇ ਆਬਾਦ ਕਰਨ ਜ਼ਮੀਨਾਂ ਆਬਾਦ ਕਰਨ ਤੇ ਲੋਕੀ ਆਉਂਦੇ ਰਹਿੰਦੇ ਨਹੀਂ ਸਨ ਇੱਥੇ। ਅੱਛਾ, ਰਹਿੰਦੇ ਨਹੀਂ। ਅੱਛਾ ਅੱਛਾ, ਸਹੀ। ਉਹ ਇਸ ਵਾਸਤੇ ਸਾਨੂੰ ਬਹੁਤ ਸਾਰਾ ਖਰਚ ਕਰ ਲੈਂਦੇ ਸਨ। ਤੇ ਸਾਰੇ ਜਿਹੜੇ ਸਨ ਆਪਣਾ ਮਿਸ਼ਨਰੀ ਫਾਦਰ ਸਨ ਗੋਰੇ। ਅੱਛਾ ਅੱਛਾ, ਕੋਈ ਜੱਸੀ ਕੋਈ ਨਹੀਂ ਸੀ। ਅੱਛਾ। ਤੇ ਇਹ ਸਿਰਫ ਅਸੀਂ ਇਹ ਚੱਕ ਜਿਹੜਾ ਵੱਜਾ ਇਹ ਸਿਰਫ ਹਾਜ਼ਰਾਂ ਦੇ ਜਰੀਏ ਵੱਜਾ ਹੈ। ਅੱਛਾ। ਅੰਗਰੇਜ਼ਾਂ ਦੇ। ਅੱਛਾ, ਤੇ ਇਹ ਗਿਰਜਾ ਜਦੋਂ ਬਣਿਆ ਉਦੋਂ ਇੱਥੇ ਕੋਈ ਆਬਾਦੀ ਸਹੀ ਆਬਾਦ ਕੋਈ ਸ਼ੈ ਹੀ ਨਹੀਂ। ਤੇ ਇਹ ਕਿਵੇਂ ਬਣ ਗਿਆ? ਕਿੰਜ ਆਉਂਦੀਆਂ ਸਨ? ਗਿਰਜਾ ਬਣ ਗਿਆ ਸੀ ਇਹਦੇ ਗਿਰਜੇ ਦੇ ਲਾਗੇ ਜਿਹੜਾ ਨਾ, ਹਾਂਜੀ, ਇੱਥੇ ਜਦੋਂ ਸਾਨੂੰ ਜ਼ਮੀਨਾਂ ਮਿਲੀਆਂ ਨੇ ਉਦੋਂ ਇੱਥੇ ਤੰਬੂ ਲੱਗ ਗਏ ਨੇ। ਅੱਛਾ। ਸਾਨੂੰ ਤੰਬੂਆਂ 'ਚ ਤੰਦੂਰ ਤੋਂ ਰੋਟੀਆਂ ਮਿਲਦੀਆਂ ਸਨ। ਚੌਥੇ ਮੀਲ ਤੋਂ ਲਿਆ ਕੇ ਸਾਨੂੰ ਪਾਣੀ ਦਿੰਦੇ ਡਾਕੀਆਂ ਤੇ। ਅੱਛਾ ਅੱਛਾ। ਤੇ ਉਹ ਅਸੀਂ ਪਾਣੀ ਪੀਂਦੇ ਕੋਈ ਤੁਹਾਨੂੰ ਯਾਦ ਹੈ ਕਿਹੜਾ ਫਾਦਰ ਸੀ ਕੋਈ ਜਿਹੜਾ ਆਇਆ ਸੀ ਇੱਥੇ? ਨਾ ਕਿਸੇ ਦਾ ਫਾਦਰ ਇੱਕ ਅੱਲਾ ਸੀ ਜਾਰਜ ਵੈਸਟ ਵਾਟਰ। ਹਾਂ, ਤੇ ਇੱਕ ਉਰਦੂ ਅਗਲਾ ਜਿਹੜਾ ਉਹ ਮੈਨੂੰ ਨਾਂ ਨਹੀਂ ਆਉਂਦਾ। ਅੱਛਾ। ਤੇ ਉਹਦੇ ਬਾਅਦ ਇਹ ਆ ਗਿਆ ਫਿਰ ਫਾਦਰ ਜਾਰਜ ਤੇ ਆਵੇ। ਇਹਨੇ ਜਾ ਕੇ ਤੇ ਲਈਆ ਤੇ ਜਾ ਕੇ ਫਾਟਕ ਦੇ ਕੋਲ ਗੱਡੀ ਨੂੰ ਥੰਮ ਕੇ ਉਹ ਡਰਾਈਵਰ ਦੇ ਕੋਲ ਛੇਤੀ ਜਾ ਬੈਠਾ। ਇਹਨੇ ਫਿਰ ਉੱਥੇ ਗੱਡੀ ਖਿਲਾ ਦਿੱਤੀ, ਰੇਲ ਗੱਡੀ। ਅੱਛਾ, ਤੇ ਉੱਥੇ ਉਹਨਾਂ ਕੋਲ ਸਮਾਨ ਵਗੈਰਾ ਲਿਆ? ਜਦੋਂ ਰੇਲ ਗੱਡੀ ਲਈ ਹੈ ਉਦੋਂ ਉਹਨੇ ਬਾਂਹ ਖੜੀ ਕਰ ਦਿੱਤੀ ਹੈ, ਕਿਆ ਮੁਸਲਮਾਨ ਕਿਆ ਈਸਾਈ। ਅੱਛਾ। ਜਾਓ ਤੇ ਜਾ ਕੇ ਗੱਡੀ ਦੇ ਵਿੱਚ ਲੁੱਟੋ ਜੋ ਕੁਝ ਲੱਭ ਲਾ। ਅੱਛਾ। ਤੇ ਕਿਸੇ ਨੇ ਆਟਾ, ਕਿਸੇ ਨੇ ਕਣਕ। ਕਿੱਥੋਂ ਉਹ ਰਾਸ਼ਨ ਕਿੱਥੋਂ ਆ ਰਿਹਾ ਸੀ ਟ੍ਰੇਨ ਦੇ ਵਿੱਚ? ਉਹ ਕਿਤੇ ਬਾਹਰੋਂ ਹੀ ਆਉਂਦਾ ਸੀ ਪਿਆ। ਅੱਛਾ ਅੱਛਾ, ਉਹ ਮਸਲਾ ਹੁੰਦਾ ਇਹਨਾਂ ਗਰੀਬਾਂ ਵਾਸਤੇ ਹੀ? ਗਰੀਬਾਂ ਵਾਸਤੇ। ਉਹ ਮਿਲਦਾ ਨਹੀਂ ਸੀ ਇਹਨਾਂ ਨੂੰ? ਇਹ ਕਿਤੇ ਗਾਂਹ ਜਾਂਦਾ ਸੀ। ਅੱਛਾ, ਚਲੋ ਜਿਹੜੇ ਵਡੇਰੇ ਸਨ, ਜਿਹੜੇ ਵੱਡੇ ਲੋਕੀ ਸਨ, ਆਪ ਹੀ ਖਾ ਜਾਂਦੇ ਸਨ, ਗਰੀਬਾਂ ਤੱਕ ਨਹੀਂ ਸੀ। ਅੱਛਾ ਅੱਛਾ। ਇਹ ਫਿਰ ਕਰਦੇ ਰਹੇ ਨੇ ਚਾਰਾ। ਉਹਨੇ ਆਖਿਆ ਨਾ ਕੋਈ ਮੁਸਲਮਾਨ ਕੋਈ ਈਸਾਈਆਂ ਦਾ ਸਵਾਲ ਨਹੀਂ। ਇਹ ਜਿਹੜੇ ਪਿੰਡ ਦੇ ਹਨ ਜੀ 4-4 ਮੀਲ, 4 ਮੀਲਾਂ ਤੱਕ ਫਾਜ਼ਰ ਜਾਰਜ ਦੇ ਲੋਕ ਬੁੱਢੀਆਂ ਬੰਦੇ ਮੁਸਲਮਾਨ ਕੀ ਤੇ ਈਸਾਈ ਕੀ ਗੀਤ ਗਾਉਂਦੇ ਸਨ। ਅੱਛਾ, ਸਹੀ। ਇੰਨਾ ਉਹਨੇ ਲੋਕਾਂ ਨੂੰ ਖੁਸ਼ ਆ ਰੱਖਿਆ। ਅੱਛਾ ਅੱਛਾ, ਸਹੀ। ਬੜਾ ਅੱਛਾ। ਦਾਦਾ ਜਦੋਂ ਤੁਸੀਂ ਇੱਥੇ ਆ ਗਏ ਹੋ, ਠੀਕ ਹੈ, ਜ਼ਮੀਨਾਂ ਵੀ ਆਬਾਦ ਹੋ ਗਈਆਂ ਨੇ, ਤੇ ਇਹ ਲੋਕੀ ਜਿਹੜੇ ਸਨ ਪਹਿਲਾਂ ਦੇ ਲੋਕੀ ਜਿਹੜੇ ਸਨ ਅੱਜ ਦੇ ਲੋਕਾਂ ਨਾਲ ਕਿਵੇਂ ਫਰਕ ਸਨ? ਉਹ ਉਂਝ ਮੋਏ ਪਏ ਸਨ। ਅੱਛਾ। ਉਹ ਹੈ ਜਿਹੜੇ ਅਸੀਂ ਮਗਰੋਂ ਫਿਰ ਰਲੇ ਆ ਨਾ। ਅੱਛਾ। ਕੋਈ 20-25। ਅੱਛਾ। ਤੁਸੀਂ ਫਿਰ ਜਦੋਂ ਆਏ ਉੱਥੋਂ ਵਾਵਾ ਕੋਈ ਇਕੱਠੇ ਜੀ ਆਏ ਸੋ ਜਾਂ ਕਹੀ 20 ਕੁ ਜੀ ਆਏ ਸਨ? ਅੱਛਾ। ਅੱਗੇ ਹਨ 80-90 ਚ ਘਰ ਅੱਗੇ ਸਨ। ਅੱਛਾ। ਉਹ ਜਿਹੜੇ ਅਗਲੇ ਹਨ 90 ਉਹਨਾਂ ਕੋਈ ਬੁੱਢੀਆਂ ਬਾਡੀਆਂ ਨਹੀਂ ਲਿਆਂਦੀਆਂ।
ਅੱਛਾ ਉਹ ਕੱਲੇ ਛੜੇ ਆਏ ਸਨ ਕੱਲੇ ਕੱਲੇ ਹੀ ਆਏ ਸਨ ਤੇ ਨੱਸ ਜਾਂਦੇ ਨੇ ਆਉਂਦਿਆਂ ਤੇ ਨੱਸ ਜਾਂਦੇ ਸਨ ਸਹੀ ਇਹਨਾਂ ਨੇ ਫਿਰ ਮਿਸ਼ਨ ਤੰਦੂਰ ਲਾਏ ਸਨ ਅੱਛਾ ਠੀਕ ਤੰਦੂਰਾਂ ਤੇ ਇਹਨਾਂ ਨੂੰ ਰੋਟੀਆਂ ਮਿਲਦੀਆਂ ਸਨ ਸਹੀ ਇਹਨਾਂ ਵਾਸਤੇ ਮਕਾਨ ਉਹਨਾਂ ਛੱਤੇ ਸਨ ਅੱਛਾ ਅੱਛਾ ਉਹ ਜਿਹੜਾ ਮੁੰਗੜਾ ਵਾਲਾ ਸੀ ਤੇ ਇਸੇ ਤਰ੍ਹਾਂ ਦੂਸਰਾ ਮਕਾਨ ਉਹਨਾਂ ਛੱਤਿਆਂ ਨੂੰ ਉਹਦੇ ਵਿੱਚ ਹੀ ਸਾਰਿਆਂ ਰਹਿਣਾ ਸਹੀ ਤੇ ਜਿਹਦੇ ਵਿੱਚ ਉਦੋਂ ਜਿਹੜਾ ਮਸਲਾ ਸੀ ਉਹ ਕੋਈ ਹਾਲ ਨਹੀਂ ਸੀ ਸਹੀ ਉਦੋਂ ਬਾਅਦ ਫਿਰ ਫਾਜ਼ਰ ਜਾਰਜ ਨੇ ਇਹ ਜਿਹੜਾ ਇਹ ਨਹਿਰ ਸਾਡੀ ਅੱਛਾ 12 ਲਾਟਾਂ ਉਹਨੇ ਪਰਾਂ ਕਰ ਛੜੀ ਸੀ ਨਹਿਰ ਅੱਛਾ 12 ਲਾਟਾਂ ਸਹੀ ਪਰ 68 ਚ ਅੱਛਾ ਯਾਨੀ ਇਹ ਸਾਰੇ ਜਿਹੜਾ ਫਾਦਰ ਸੀ ਇਹ ਬਿਜਲੀ ਹੋ ਜੇ ਨਹਿਰਾਂ ਹੋ ਗਏ ਸਾਰੇ ਕੰਮ ਆਪ ਹੀ ਕਰਾਉਂਦੇ ਹਨ ਇਹ ਆਪੀ ਕਰਾ ਲਿਆ ਅੱਛਾ ਅੱਛਾ ਸਹੀ ਹਾਂ ਕਿੱਥੋਂ ਕਰਾ ਲਿਆ ਅੱਛਾ ਅੱਛਾ ਇਹ ਸਾਡੇ ਪਿੰਡ ਦੇ ਨਾਲ ਜਿਹਨੂੰ ਆਂਦੇ ਹਨ ਨਾ ਬੈ ਉਹ ਕਿਹੜੇ ਬੈਲ ਆ ਕਿ ਕੀ ਹਮ, ਇਹ ਪਿੰਡ ਦੇ ਬਿਲਕੁਲ ਰੰਗੇ ਦੇ ਉਰਲੇ ਬੰਨੇ ਦੇ ਉੱਤੇ ਨਹਿਰ ਸੀ ਅੱਛਾ ਇੱਥੋਂ ਚੁੱਕ ਕੇ ਤੇ ਉਹਨੇ ਪਰਾਂ ਨਹਿਰ ਸੁੱਟੀ ਹੈ ਮੁਸਲਮਾਨ ਨਾਲ ਤੇ ਕੁਛ ਕਰਾ ਕੋਈ ਨਹੀਂ ਸਹੀ ਹੈ ਹਾਂ। ਤੇ ਅੱਛਾ ਜਦੋਂ ਉਹ ਚਲੇ ਗਏ ਹਨ ਫਾਦਰ ਜਿਹੜੇ ਸੇ ਫਾਦਰ ਜਾਰਜ ਤੇ ਉਦੋਂ ਇੱਥੇ ਮੁੱਖ ਤਰ੍ਹਾਂ ਦੇ ਉਹ ਪ੍ਰੋਗਰਾਮ ਨਹੀਂ ਕਰਵਾਉਂਦੇ ਹੁੰਦੇ ਸਨ ਬਿਲਕੁਲ ਕਬੱਡੀਆਂ ਹਾਂਜੀ। ਖੇਡਾਂ ਤੋਂ ਤੇ ਸਾਰੇ ਪਿੰਡ ਇੱਧਰ ਉੱਧਰ ਦੂਜੇ ਜਿਹੜੇ ਮੁਸਲਮਾਨ ਪਿੰਡ ਉਹ ਵੀ ਆਉਂਦੇ ਹੁੰਦੇ ਸਨ ਬੜੇ ਬੜੇ ਸਾਰੇ ਪਿੰਡ 'ਚ ਟੋਰਾ ਫੇਰਾ ਵੀ ਯਾਨੀ ਕਿ ਸਿਆਸੀ ਸਰਗਰਮੀਆਂ 'ਚ ਵੀ ਰਹੇ ਉਹ ਸਿਆਸਤਦਾਨਾਂ ਨਾਲ ਵੀ ਉਂਝ ਵੀ ਜਿਹੜੇ ਪਿੰਡ ਦੇ ਕੋਈ ਕੰਮ ਸਨ ਹਾਂਜੀ ਉਹਨਾਂ 'ਚ ਵੀ ਰਹੇ ਟੁਰਦੇ ਫਿਰਦੇ ਵੀ ਰਹੇ ਹੋ ਹੂੰ। ਕੀ ਤੁਸੀਂ ਹਿਸਾਬ ਲਾਇਆ ਕਿ ਇੱਕ ਬੰਦੇ ਨੂੰ ਕਿੰਨਾ ਜ਼ਰੂਰੀ ਹੈ ਆਪਣੇ ਮਾਸ਼ਰੇ ਦੇ ਨਾਲ ਬਾਹਰ ਆਣਾ ਜਾਣਾ ਲੋਕਾਂ ਦੇ ਨਾਲ ਰਾਬਤਾ ਰਹਿਣਾ ਕਿੰਨਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਅੱਛਾ ਜਿਹੜਾ ਕੰਮ ਜਿਹੜੇ ਸਾਡੇ ਬਾਰਿਆਂ 'ਚ ਮੈਨੂੰ ਕਿਸੇ ਦਾ ਨਹੀਂ ਪਤਾ ਲੋਕੀ ਤਰੇ ਚਾਰ ਭਰਾ ਲੈ ਕੇ ਆਏ ਸਨ ਦੋ ਭਰਾ ਲੈ ਕੇ ਆਏ ਡਾਰੀ ਦਾ ਰੱਖਾ ਕਾਲਰੀਆ ਉਰਲਮ ਪਰਲਮ ਚਾਂਬੜੀਏ ਚੁੰਬੜੀਏ ਜਦੋਂ ਮੈਂ ਕੱਲਾ ਆ ਗਿਆ ਮੈਨੂੰ ਮੇਰੇ ਭਰਾਵਾਂ ਮੇਰੇ ਨਾਲ ਲੜ ਪਏ ਉਹਨਾਂ ਕੱਲ ਚੜਿਆ ਅੱਛਾ ਮੈਂ ਕੱਲਾ ਆ ਗਿਆ ਅੱਛਾ ਮੇਰਾ ਤੇ ਖਿਆਲ ਆਉਂਦਾ ਪਾ ਜਿਵੇਂ ਉਹਨਾਂ ਨੂੰ ਟੁੱਕਰ ਮਿਲਦਾ ਸੀ ਉਵੇਂ ਹੀ ਸਾਨੂੰ ਮਿਲਦਾ ਸੀ ਇਕੱਲੇ ਨੂੰ ਵੀ ਸਹੀ ਤੇ ਉਹਨਾਂ ਨੂੰ ਜਰਾ ਬਾਦੂਆਂ ਲੱਗ ਗਈਆਂ ਅੱਛਾ ਉਹਨਾਂ ਦੀਆਂ ਭਰਾਵਾਂ ਭਰਜਾਈਆਂ ਨੂੰ ਫਿਰ ਕੱਢ ਛੜਿਆ ਉਹਨਾਂ ਸਾਡੇ ਚ ਬਕਾਏ ਇਕੱਠੂ ਕੇ ਕਾਬੂ ਕਰ ਲਏ ਨੇ ਅੱਛਾ ਜਿਹੜੇ ਲੋਕਾਂ ਤੁਹਾਡੇ ਸਨ ਸਹੀ ਹੁਣ ਇਹ ਉਹਨਾਂ ਨੇ ਜਿਹੜੇ ਪਿੱਛੋਂ ਲਿਆਂਦੇ ਸਨ ਭੈਣਾਂ ਭਰਾ ਉਹਨਾਂ ਨੇ ਤਾਂ ਕੇ ਬਕਾਏ ਮਾਰ ਲਏ ਅੱਛਾ ਉਂਝ ਉਹਨਾਂ ਦਾ ਬਕਾਇਆ ਨਾਲ ਕੋਈ ਕਲੈਕਸ਼ਨ ਨਹੀਂ ਸੀ ਅੱਛਾ ਉਹ ਕਲੈਕਸ਼ਨ ਇਹੋ ਹੀ ਬਣਿਆ ਪਾ ਹੁਣ ਮੇਰੇ ਨਾਲ 5-4 ਮੇਰੇ ਭਰਾ ਆਏ ਨੇ ਸਹੀ ਤੇ ਜਦੋਂ ਮੈਂ ਉਹਨਾਂ ਨੂੰ ਜਵਾਬ ਦੇਣਾ ਉਹਨਾਂ ਪਰਲੇ ਪਾਸੇ ਬਕਾਇਆ ਵੱਲ ਜਾ ਕੇ ਜ਼ਮੀਨ ਵਾਲ ਅੱਛਾ ਚਲੋ ਖਸਮਾਂ ਨੂੰ ਖਾਏ ਸਾਡੇ ਕਿਹੜੇ ਪਿੱਛੇ ਜਿਆਂ ਦਾ ਠਾਹਣ ਵੱਜਿਆ ਰਹਾ ਜ਼ਰੂਰੀ ਪਿਆ ਜਾਣਾ ਸੀ ਅੱਛਾ ਇੱਥੇ ਲੋਕ ਵੇਚ ਗਏ ਅੱਛਾ ਦੂਸਰਾ ਤੁਹਾਡੀ ਤੁਹਾਨੂੰ ਯਾਦ ਹੈ ਕਿੰਨੀ ਕੁ ਉਮਰ ਤੁਹਾਡੀ ਹੋਣ ਵਾਲੀ ਹੁਣ ਹਾਂ ਮੇਰਾ ਖਿਆਲ ਹੈ 100 ਤੋਂ ਟੱਪ ਜਾਈਏ ਤੇ ਜਾਂ ਥੱਲੇ ਥੱਲੇ ਹੀ 2-4 ਸਾਲ ਘੱਟ ਹੈ ਨੇ ਜੋ 4 ਸਾਲ ਤੇ ਕਿੰਨੇ ਬੜੇ ਨੇ ਕੋਈ ਸਾਲ ਦੋ ਹੀ ਹੋਣਾ 2 ਸਾਲ ਘੱਟ ਹੈ ਅੱਛਾ ਠੀਕ ਹੈ ਜਾਉਂ ਤੇ ਜਾਂ ਥੱਲੇ ਇੱਕ ਖੁਸ਼ ਜ਼ਿੰਦਗੀ ਲਈ ਜਾਂ ਲੰਬੀ ਜ਼ਿੰਦਗੀ ਲਈ ਕਿਵੇਂ ਇਨਸਾਨ ਇੱਕ ਲੰਬੀ ਜ਼ਿੰਦਗੀ ਪਾ ਸਕਦਾ ਹੈ ਯਾਨੀ ਖੁਸ਼ ਤੁਸੀਂ ਅਜੇ ਤੱਕ ਇੰਨੀ ਤੁਹਾਡੀ ਉਮਰ ਹੈ ਕੋਈ ਬਿਮਾਰੀ ਵੀ ਨਹੀਂ ਟੁਰਦੇ ਫਿਰਦੇ ਰਹਿੰਦੇ ਹੋ ਕੀ ਇਹਦੀ ਵਜ੍ਹਾ ਕੀ ਰਾਜ਼ ਕੀ ਇਹਦਾ ਰਾਜ ਇਹ ਵੇ ਪੁੱਤਰ ਬੇਈਮਾਨੀ ਨਾ ਕਰੋ ਅੱਛਾ ਬੇਈਮਾਨੀ ਜਿਹੜੀ ਹੈ ਇਹ ਜੇ ਹਾਥ ਆ ਜਾ ਕੇ ਲੈ ਜਾਂਦੀ ਅੱਛਾ ਅਗਰ ਚੱਲ ਮੈਂ ਉਹਨੇ ਸਮਝਣਾ ਕਿ ਮੇਰੇ ਮੁੰਡੇ ਨਹੀਂ ਚੰਗੇ ਅੱਛਾ ਤੇ ਦਿਲ ਮੇਰਾ ਵੀ ਨਹੀਂ ਠੋਕਦਾ ਸਹੀ ਮੈਂ ਆਪਣੇ ਰਾਜ ਵਿੱਚ ਆਪਣੀ ਸ਼ਾਹੀ ਦੇ ਵਿੱਚ ਮੇਰੀਆਂ ਜੂਆਂ ਮਰਬੈਂਦੀਆਂ ਕਿਸ਼ਤਾਂ ਮੈਨੂੰ ਪੈਂਦੀਆਂ ਰਹੀਆਂ ਨੇ ਮਾਲਕਾਂ ਨੇ ਸਹੀ ਗਰਦੌਰੀਆਂ ਸਹੀ ਪਰ ਮੈਂ 5 ਕਿੱਲੇ ਲੈ ਕੇ ਤੇ ਰੱਜ ਗਿਆ ਅੱਛਾ ਦਾਦਾ ਮੈਂ ਤੇਰੀ ਗੱਲ ਤੇ ਕੱਟ ਰਿਹਾ ਫੇਰ ਕੱਟੀ। ਅੱਛਾ ਅੱਛਾ ਸਹੀ 5 ਕਿੱਲੇ ਲੈ ਕੇ ਸ਼ਹੂਪੁਰੀਆਂ ਕੋ ਮੈਂ ਆਖਿਆ ਮੈਨੂੰ 5 ਹੀ ਬਣੇ ਸਹੀ ਉਹ ਦੂਜੇ ਵੀ 10 ਜਿਹੜੇ ਸਨ ਉਹ ਵੀ ਮੇਰੇ ਨਾਲ ਅੱਛਾ ਪਰ ਮੈਂ ਕਹਿੰਦਾ ਖੋਰੇ ਮੈਂ ਮਾਰੀ ਨਾ ਜਾਵਾਂ ਅੱਛਾ ਜਾਂ ਮੇਰੇ ਤੇ ਕੋਈ ਜ਼ੁਲਮ ਨਾ ਪੈ ਜਾਏ ਸਹੀ 40 ਸਾਲ ਉਹ ਮੇਰੇ ਨਾਲ ਰਹੀ ਉਹ ਹੁਣ ਨਾ ਕਰਾਈ ਅੱਛਾ ਹਾਂ। ਸਹੀ ਇੱਕ ਸਹੀ ਹੋ ਗਿਆ ਕਿ ਬੇਈਮਾਨੀ ਨਹੀਂ ਹੈ ਹੋਰ ਕੀ ਗੱਲਾਂ ਨੇ ਬੰਦੇ ਨੂੰ ਕੀ ਕਰਨਾ ਚਾਹੀਦਾ ਕਿ ਜ਼ਿੰਦਗੀ ਖੁਸ਼ਹਾਲ ਰਹੇ ਤੰਦਰੁਸਤ ਰਹੇ ਬੰਦੇ ਨੂੰ ਮੈਂ ਤੇ ਆਪਣਾ ਹਿਸਾਬ ਲਾਵਾਂ ਆਪਣੀ ਆਪਣੀ ਜ਼ਿੰਦਗੀ ਦੱਸੋ ਤੇ ਇਹਦੇ ਚ ਇਹ ਹੀ ਹੈ ਪਰ ਪੂਰਾ ਖਾਓ ਸਹੀ ਤੇ ਖੁਸ਼ ਰਹੋ ਅੱਛਾ ਤੇ ਜਿਹੜਾ ਨਾ ਇੱਕ ਦੂਜੇ ਨੂੰ ਮਾਰ ਕੇ ਤੇ ਕਰਨਾ ਸਹੀ ਉਹ ਜਿਹੜਾ ਉਹ ਭਾਈ ਚੰਗਾ ਠੀਕ ਹੈ ਹੁਣ ਜੇ ਮੈਂ ਇੱਥੇ ਹੁਣ ਆ ਗਿਆ ਮੈਂ ਮਰੱਬਾ ਲੈ ਲਿਆ ਹੂੰ ਤੇ ਮੈਨੂੰ ਨਾ
ਭਰਾ ਅੱਗੇ ਤਰਲਾ ਕੀਤਾ ਹੈ ਹੂੰ ਤੇ ਨਾ ਮੈਂ ਛੇਹੂਪੁਰੀ ਅੱਗੇ ਤਰਲਾ ਕੀਤਾ ਹੈ। ਅੱਛਾ ਉਹਨੇ ਮੈਨੂੰ ਆਖਿਆ ਤੂੰ ਜਾ ਯਾਰ ਸਾਡੇ ਘਰੋਂ ਲਓ। ਅੱਛਾ ਉਹਨੇ 10 ਪੈਲੀਆਂ ਦਿੱਤੀਆਂ। ਅੱਛਾ ਅੱਗੇ ਆਇਆ ਛੇਹੂਪੁਰੇ ਲੱਗਿਆ ਆਖਣ ਵੀ ਸਾਡੇ ਘਰੋਂ ਲਓ ਭਾਈ ਚਾਹਾਂ ਰਹਿਣ ਮੋਹਣੇ ਦੇ ਕੋਲ ਤੇ ਲੋਕੇ ਨੇ ਅੱਛਾ ਅਸਾਂ ਸਾਨੂੰ 10 ਹੀ ਬਣੀਆਂ ਨੇ ਅੱਛਾ ਅਸੀਂ ਇੱਥੇ ਆ ਜਾਂਦੇ ਤੇ ਤੂੰ ਉੱਥੇ ਤੁਰ ਗਿਆ। ਅੱਛਾ ਤੇ ਮੈਂ ਨਵਾਂ ਸਾਂ ਮੈਂ ਫਿਰ ਉੱਥੇ ਤੁਰ ਗਿਆ। ਅੱਛਾ ਹੁਣ ਤੇਰੇ ਵਰਗੇ ਜਿਹੜੇ ਲੋਕ ਪੜ੍ਹੇ ਲਿਖੇ ਸਨ ਅੱਛਾ ਉਹ ਆਂਦੇ ਹਨ ਓਏ ਤੂੰ ਕੋਈ ਖਿਆਲ ਕਰਿਆ ਕਰ ਅੱਛਾ ਪੈਲਿਆ ਅੱਜ 5 ਪੈਲੀਆਂ ਤੈਨੂੰ ਮੈਨੂੰ ਜਿਹੜੇ ਦੂਜੇ ਹਨ ਵੇਖੇ ਮੰਡਾਲੀਆਂ ਹੂੰ ਤੁੰਨ ਘਟਾ ਅੱਛਾ ਜ਼ਮੀਨ ਜਿਹੜੀ ਅਸਲੀ ਹੈ ਉਹ ਇਹਨਾਂ ਸ਼ੇਹੂਪੁਰੀਆਂ ਨੇ ਲਈ ਹੈ। ਅੱਛਾ ਇਹਨੂੰ ਬੇਕਾਰ ਜ਼ਮੀਨ ਦੇ ਛੱਡੀ। ਇਹਨੂੰ ਬਕਾਰ ਦੇ ਛੜੀ ਅੱਛਾ ਤੇ ਉਹ ਇਸੇ ਤਰ੍ਹਾਂ ਮੈਂ ਨਾਲੇ ਸ਼ਰਾਬ ਪਿਆ ਪੀਣਾ ਉਹਨਾਂ ਦੇ ਨਾਲ ਅੱਛਾ ਨਾਲੇ ਪਰਨਾ ਲਾ ਕੇ ਮੂੰਹ ਤੇ ਜੀ ਕਰਕੇ ਇਹਨਾਂ ਦੇ ਚੱਲ ਅੱਛਾ ਉਹ ਪਿਆ ਪੂੰਝਣਾ ਨਾ ਰੋ ਕਰੋਨਾ ਕਾਤੋਂ ਹੈ ਪਿਆ ਅੱਛਾ ਤੇ ਪਟਵਾਰੀ ਆਉਂਦੇ ਹਨ ਅੱਛਾ ਉਹ ਤੂੰ ਬਸ ਜਰਗਣਾ ਨੇ। ਅੱਛਾ ਸਹੀ ਮੈਂ ਫਿਰ 200 ਦਾ ਢੱਗਾ ਵੇਚਿਆ ਸੀ ਹਲ ਵਗਦਾ ਅੱਛਾ ਲਵਾ ਸਹੀ ਉਹਦਾ 200 ਦਾ ਵੇਚਿਆ ਸੀ ਉਹ ਫਿਰ 200 ਮੈਂ ਦਿੱਤਾ ਸੀ ਪਟਵਾਰੀ ਨੂੰ। ਸਹੀ ਪੂਰੇ ਆ ਲਈਆ ਦੇ ਜ਼ਿਲ੍ਹੇ ਵਿੱਚ ਸਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਤੇ ਮੈਂ ਆਪਣੇ ਨਾਲ ਜ਼ਮੀਨ ਕਰਾ ਲਿਆ ਅੱਛਾ ਜੀ ਤੇਰੀ ਇੰਤਕਾਲ ਸਹੀ ਪੂਰੇ ਜ਼ਿਲ੍ਹੇ 'ਚ ਸਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਤੇ ਮੈਂ ਜ਼ਮੀਨ ਕਰਾ ਗਿਆ। ਅੱਛਾ ਦਾਦਾ ਤੁਸੀਂ ਪੜ੍ਹੇ ਲਿਖੇ ਵੀ ਨਹੀਂ ਹੋ ਤੁਹਾਂ ਦੱਸਿਆ ਸੀ ਆਹਾ ਫਿਰ ਇਹ ਤੁਹਾਨੂੰ ਅਦਾਲਤੀ ਕਾਰਵਾਈਆਂ ਦਾ ਸਿਆਸੀ ਗੱਲਾਂ ਦਾ ਠੀਕ ਹੈ ਇਹ ਜਿਹੜੀਆਂ ਆਪਣੀਆਂ ਉਹ ਜਿਹੜੀਆਂ ਜ਼ਮੀਨ ਦੀਆਂ ਕਾਰਵਾਈਆਂ ਨੇ ਨਿਕਲ ਦੇ ਦੌਰ ਦੀ ਇਹ ਕਿਵੇਂ ਤੁਹਾਨੂੰ ਆ ਗਈ? ਮੈਂ ਪੁੱਤਰ ਬਿਲਕੁਲ ਨਹੀਂ ਤਾਂ ਸਮਝਦਾ ਹੁੰਦਾ ਅੱਛਾ ਐ ਤੂੰ ਮੇਰਾ ਰਿਸ਼ਤੇਦਾਰ ਹੈ ਅੱਛਾ ਜਾਂ ਦੂਜਾ ਮੇਰਾ ਬਰਖਲਾਫ ਹੈ ਅੱਛਾ ਮੈਂ ਰਹਿੰਦਾ ਟੁਰਿਆ यानी ਮੈਨੂੰ कि- ਖਾਸ ਕਰ चुक छड़िया ही पटवारी। यहाँ हम ब्रेक और लेंगे, ब्रेक के बाद वापस आएंगे तो मज़ीद गुफ्तगू करेंगे हमारे। दादा जो तुसी पाकिस्तान बनया सी उदों होश है सी तुहां? आहो जी अच्छा ते जो किन्ने पाकिस्तान बनया और मैं सिखा के कारखाने काम करता था। अच्छा ਉੱਥੋਂ ਅਸੀਂ ਸਿਆਲਕੋਟ ਤੋਂ ਕੰਮ ਕਰ ਲਿਆ ਪਏ ठीक ਤੇ ਜਦੋਂ ਉੱਥੋਂ ਕੰਮ ਕਰਕੇ ਆਏ ਆ ਤੇ ਰਾਹ ਦੇ ਵਿੱਚ ਵੇਖਿਆ ਤੇ ਇੱਕ ਦੂਜੇ ਜੀਵ ਵਿੱਚ ਮਰਨ ਲੱਗ ਪਏ। अच्छा ਲੋਕਾਂ ਦੀ ਫਾਇਆ ਕਿਲੇ ਪੋਲੋ ਦੇ ਲਾਗੇ ਤੇ ਤੁਸੀਂ ਉਦੋਂ ਕਿੱਥੇ ਲਾਹੌਰ ਸੋ ਹੋ ਕਿੱਥੇ ਹੁੰਦੇ ਸੋ? ਨਾ ਸਿਆਲਕੋਟ ਸਿਆਲਕੋਟ ਠੀਕ ਹੈ ਸੇ। ਤੇ ਆਪਣੇ ਪਿੰਡ ਕੇ ਉਹ ਇਹ ਜਿਹੜਾ ਮਸਲਾ ਸੀ ठीक है ਤੇ ਉਹ ਲੋਕ ਜਿਹੜੇ ਸਨ ਮਿਸ਼ਨ ਵਾਲੇ ਜਿਹੜੇ ਲੋਕ ਸਨ ਇਹ ਜਿਹੜੇ ਫਾਜ਼ਰ ਨੇ ਇਹ ਇੱਕ ਪਈਏ 'ਚ ਇੱਕ ਟੈਡੀ ਪੈਸਾ ਵੀ ਨਹੀਂ ਉਹਨਾਂ ਦੇ ਮੁਕਾਬਲੇ। सही उसका कायदा तुमने नाम सुनिया सी? ਆਹੋ ਇਹ ਨੀ ਸੁਣਿਆ ਸੀ अच्छा कि भी कायदे आज़म है ते वो पाकिस्तान को अलग बनाना चाहते हैं। ਇਹਨਾਂ ਸਾਨੂੰ ਚੌਥਾ ਹਿੱਸਾ ਦਿੱਤਾ। अच्छा ਸਾਡੇ ਲੋਕਾਂ ਨੂੰ ਮਿਸ਼ਨ ਵਾਲਿਆਂ ਨੂੰ ਇਹਨਾਂ ਚੌਥਾ ਹਿੱਸਾ ਦਿੱਤਾ। अच्छा ठीक है। ਅਸੀਂ ਤੁਹਾਨੂੰ ਕ੍ਰਿਸਚਨਾਂ ਨੂੰ ਚੌਥਾ ਹਿੱਸਾ ਦਿਆਂਗੇ। अच्छा यानी कायदे आज़म ने वादा कीता सी ਵਾਅਦਾ कि ਕੀਤਾ भी ਜਿਹੜੇ ਮਸੀਹ ਨੇ ਪਾਕਿਸਤਾਨ 'ਚ ਰਹਿਣਗੇ ਉਹਨਾਂ ਨੂੰ ਸਾਰੇ ਹਕੂਕ ਮਿਲਣਗੇ। ਮਿਲਣਗੇ। ਅੱਛਾ ਤੇ ਉਸ ਤੋਂ ਇਲਾਵਾ ਜਦੋਂ 2 4 5 ਸਾਲ ਲੰਘ ਗਏ ਨੇ ਸਹੀ ਤੇ ਫਿਰ ਇਹਨਾਂ ਕਿਹਾ ਨਹੀਂ ਉਹ ਸਾਂਝਾਂ ਨੂੰ ਵੀ ਦੇਣਾ। ਅੱਛਾ ਉਦੋਂ ਬਾਅਦ ਯਾਨੀ ਕਾਇਦੇ ਆਜ਼ਮ ਦੇ ਮਰਨ ਤੋਂ ਬਾਅਦ ਫਿਰ ਉਹਨਾਂ ਆਖਿਆ ਅਬ ਫੇਰ ਆਖਿਆ ਨਹੀਂ ਕਿ ਦੇਣਾ। ਅੱਛਾ ਠੀਕ ਹੈ ਸਹੀ ਇਹ ਜਿਹੜੇ ਸਾਡੇ ਚੱਕ ਵੱਜੇ ਨੇ 20 75 85 ਜਾਂ 70 ਇਹ ਉਰਲਮ ਪਰਲਮ ਠੀਕ ਹੈ। ਇਹ ਉਸ ਵਾਅਦੇ ਦੇ ਮੌਕਿਆਂ ਤੇ ਵੱਜੇ। ਅੱਛਾ ਅੱਛਾ ਯਾਨੀ ਕਾਇਦੇ ਆਜ਼ਮ ਦਾ ਜਿਹੜਾ ਸੀ ਉਹ ਵਿਜ਼ਨ ਬੜਾ ਸਾਫ਼ ਸੀ ਕਿ ਵੀ ਜਿਹੜੇ ਇੱਥੇ ਰਹਿਣਗੇ ਮਸੀਹ ਰਹਿਣਗੇ ਹਿੰਦੂ ਰਹਿਣਗੇ ਹਾਂ। ਕੋਈ ਵੀ ਉਹਨਾਂ ਨੇ ਸਭ ਨੂੰ ਬਰਾਬਰ ਦਾ ਸਲੂਕ ਕੀਤਾ ਬਰਾਬਰ ਜਾਏ। ਹੋ ਜਾਏ। ਤੇ ਤੁਸੀਂ ਉਦੋਂ ਵੇਖਿਆ ਸੀ ਜਦੋਂ ਇਹ ਆਪਸ 'ਚ ਲੜ ਰਹੇ ਸਨ ਇੱਕ ਦੂਜੇ ਨੂੰ ਮਾਰ ਰਹੇ ਸਨ ਹਿੰਦੂ? ਹਿੰਦੂ ਵੀ ਮਾਰ ਰਹੇ ਸਨ ਸਿੱਖ ਵੀ ਮਾਰ ਰਹੇ ਸਨ ਮੁਸਲਮਾਨ ਵੀ ਇੱਕ ਦੂਜੇ ਨੂੰ ਮਾਰ ਆਹੋ ਉਹ ਤੇ ਉਹਨਾਂ ਦੀ ਯਾਰ ਹੀ ਮੈਂ ਕਿੱਡਾ ਬੜਾ ਕਾਰਖਾਨੇ ਕੰਮ ਕਰਦਾ ਸੀ। ਤੇ ਤੁਹਾਨੂੰ ਕੋਈ ਇੰਜ ਦਾ ਵਾਕਿਆ ਤਾਂ ਨਹੀਂ ਪੇਸ਼ ਆਇਆ? ਨਹੀਂ ਅੱਛਾ ਸਾਡਾ ਪੇਸ਼ ਇੱਥੋਂ ਨਹੀਂ ਨਾ ਆਇਆ। ਹਾਂਜੀ ਸਾਡੇ ਪਿੰਡ ਜਿਹੜਾ ਸੀ ਨਾ ਉਹ ਸੀ ਸਿੱਖਾਂ ਦਾ ਅੱਛਾ ਤੇ ਮੁਸਲਮਾਨਾਂ ਦੇ ਟਾਵੇਂ ਘਰ ਸਨ। ਅੱਛਾ ਯਾਨੀ ਘੱਟ ਘਰ ਸਨ ਮੁਸਲਮਾਨਾਂ ਦੇ। ਸਾਡੇ ਕੋਲੋਂ ਜੀ ਲੰਘ ਜਾਂਦੇ ਹਨ ਹਾਂਜੀ
ਤੇ ਅਗਾਂ ਜਾ ਕੇ ਬਡਿਆਲੇ ਦੇ ਕੋਲ ਅੱਛਾ ਉੱਥੇ ਜਾ ਕੇ ਫਿਰ ਜੰਗਲਾਤ ਹੁੰਦੀ ਸੀ, ਉੱਥੇ ਕਤਲ ਕੁਤਲ ਕਰਦੇ ਸਨ। ਅੱਛਾ, ਦੋਵਾਂ ਤਰਫ ਕਰਦੇ ਹਨ। ਦੋਵਾਂ ਤਰਫ, ਜਿੱਥੇ ਜਾਣਾ ਹੈ ਹਿੰਦੂ ਘਰ ਉੱਧਰੋਂ ਮੁਸਲਮਾਨ ਆਉਂਦੇ ਨੇ ਤੇ ਇੱਧਰੋਂ ਹਿੰਦੂ ਜਾਂਦੇ ਨੇ ਪਏ। ਅੱਛਾ, ਤੇ ਆਪਸ ਵਿੱਚ ਇੱਕ ਦੂਜੇ ਨੂੰ ਆਪੇ ਚ ਇੱਕ ਦੂਜੇ ਨੂੰ ਇਹ ਕਈ ਘਰਾਂ ਦੇ ਘਰ ਇਹਨਾਂ ਕਤਲ ਕਰ ਛੜੇ। ਅੱਛਾ ਅੱਛਾ, ਹਾਂ। ਤੇ ਲੁੱਟ ਮਾਰ ਵੀ ਬੜੀ ਹੋਈ। ਲੁੱਟ ਮਾਰ ਤੋਂ ਤੇ ਵਿਚਾਰੇ ਛੱਡ ਕੇ ਟੁਰ ਗਏ ਸਨ। ਅੱਛਾ, ਤੇ ਪਤਾ ਲਾਹੌਰ ਦੇ ਵਿੱਚ ਸਿਆਲਕੋਟ ਦੇ ਵਿੱਚ ਉਦੋਂ ਕਾਰੋਬਾਰ ਜਿਹੜੇ ਸਨ ਸਿੱਖਾਂ ਦੇ ਹੁੰਦੇ ਸਨ, ਕਾਰਖਾਨੇ ਉਹਨਾਂ ਦੇ ਹੁੰਦੇ ਸਨ। ਉਹਨਾਂ ਦੇ ਹੁੰਦੇ ਜੋ ਕਾਰਖਾਨਾ ਵੱਡਾ ਹੋਣਾ ਉਸ ਕਾਰਨ। ਠੀਕ ਹੈ, ਤੇ ਇਹ ਤੁਸੀਂ ਦਾਦਾ ਉਦੋਂ ਬਾਅਦ ਜਦੋਂ ਇੱਥੇ ਪਿੰਡ ਆ ਗਏ, ਉਹ ਸਾਰਾ ਜ਼ਮੀਨਾਂ ਵੀ ਆਬਾਦ ਕਰ ਲਈਆਂ ਨੇ, ਠੀਕ ਹੈ, ਸਭ ਕੁਝ ਹੋ ਗਿਆ। ਉਦੋਂ ਬਾਅਦ ਤੁਸੀਂ ਪਿੰਡ ਦੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਅਸੀਂ ਜਦੋਂ ਸਿੱਖ ਟੁਰ ਗਏ ਨੇ ਨਾ, ਹਾਂਜੀ, ਸਿੱਖਾਂ ਦੀ ਵਾਈ ਸੀ ਜ਼ਮੀਨ ਹੈ, ਅੱਛਾ ਉਹ ਕੋ ਰੱਖੀ ਹੈ 20 ਕੁ ਸਾਲ ਹੈ। ਅੱਛਾ, ਉਹ ਭਰਾ ਸਾਡਾ ਸੀ ਬਹੁਤ ਹੁਸ਼ਿਆਰ, ਉਹ ਕਿਸੇ ਨੂੰ ਲਾਗੇ ਨਹੀਂ ਛੋੜ ਲੈਂਦਾ ਅੱਛਾ ਤੇ ਗੱਲ ਭੈਣ ਨੂੰ ਅਸੀਂ ਤਾਂ ਅੱਛਾ, ਤੇ ਜਿਹਦੇ ਵਿੱਚ ਫਿਰ ਜਦੋਂ ਉੱਧਰੋਂ ਸਾਨੂੰ ਜ਼ਮੀਨ ਨਿਕਲੀ ਹੈ, ਇਹ ਫਿਰ ਉਹਨੂੰ ਜ਼ਮੀਨ ਮਿਲ ਗਈ। ਠੀਕ ਠੀਕ, ਉਹ ਫਿਰ ਲੱਗਾ ਆਖਰ ਵੀ ਮੈਂ ਤੇ ਜਾਣਾ ਨਹੀਂ। ਅੱਛਾ, ਉੱਧਰ ਦੱਸਦੇ ਨੇ ਗਰਮੀ ਬੜੀ ਹੈ, ਰੰਗ ਕਾਲੇ ਹੁੰਦੇ ਨੇ, ਸਹੀ। ਤੇ ਭਰਾ ਲਾਲ ਇੱਥੇ ਨੂੰ ਉਦੋਂ ਆਖਿਆ ਹਨੇਰੀਆਂ ਵਗੈਰਾ ਵੀ ਬੜੀਆਂ ਆਉਂਦੀਆਂ, ਬੱਲੇ ਤੂਫਾਨ ਬੱਲੇ। ਹੁੰਦੇ ਹਨ, ਮਿੱਟੀ ਦੇ ਤੂਫਾਨ ਤੇ ਇੱਧਰ ਦੇ। ਅੱਜ ਤੇ ਭਾਈ ਤੁਸੀਂ ਢੇਮਾ ਪਏ ਮਾਰੋ, ਅੱਛਾ ਇੱਥੇ ਤੇਰੀ ਦਾਦੀ ਬਾਹਰ ਹੀ ਨਹੀਂ ਹੁੰਦੀ ਸੀ, ਉਧਰ ਉਧਰ ਹੀ ਮੰਜੀਆਂ ਖਿਲਾਰ ਕੇ ਦੇ ਵਿੱਚ ਮੰਜੀ ਦਾ अच्छा ਹਨੇਰੀ ਦੇ ਤੇ 2-2 ਦਿਨ ਟੁੱਕਰ ਹੀ ਨਹੀਂ अच्छा, ਖਾਣ ਦੇ। ठीक है दोस्तों, यहाँ हम ब्रेक लेंगे, ब्रेक के बाद वापस आएंगे तो मज़ीद गुफ्तगू करेंगे दादा के साथ। दादा जी उदों बाद माल डंगर भी रहा, पैसा भी आया, ठीक है, सहूलत भी हुई जिंदगी दे विच काफ़ी चीज़ां आईयां। ते की तुसीं समझदे हो कि बंदे नूं कामयाब होने दी जिंदगी च सिर्फ पैसा चाहिदा हुंदा है या होर भी कोई चीज़ जरूरी होनी जिंदगी च? मेरा पैसा कोई नहीं करता। अच्छा, पैसा इस वास्ते कुछ नहीं करता, कोशिश ये करो पर रिश्तेदार या जरा समझा ना पर बंदा वाहवा मुँह मारी करता सही तो वाहवा हुशियार सही। ਉਹਦੇ ਨਾਲ ਬੈਂਕ ਖਲੋ ਰੱਖੋ। अच्छा, ਹੁਸ਼ਿਆਰ ਬੰਦੇ ਨਾ ਰੱਖੋ, ਹੁਸ਼ਿਆਰ ਬੰਦੇ ਨਾਲ ਰੱਖੋ, ਉਹਦੇ ਦਾ ਕੀ ਫਾਇਦਾ ਹੁੰਦਾ? ਉਹਦੇ ਨਾਲ ਫਾਇਦਾ ਇਹ ਹੁੰਦਾ ਹੈ ਪਰ ਥੋੜੀ ਕੀਤਿਆਂ ਬੰਦਾ ਫਸਦਾ ਨਹੀਂ। ਸਹੀ, ਯਾਨੀ ਦੁਨੀਆਦਾਰੀ ਦਾ, ਦੁਨੀਆ ਦੇ ਕੰਮਾਂ ਦਾ, ਦੁਨੀਆ ਦੇ ਤੌਰ ਤਰੀਕੇ ਦਾ ਪਤਾ ਲੱਗਦਾ। ਪਤਾ ਲੱਗ ਜਾਂਦਾ। ਸਹੀ, ਇਹ ਜਿਹੜਾ ਹੁਣ ਤੂੰ ਆਨਾ ਬਾਬਾ ਤੂੰ ਭੈ ਵੀ ਨ ਪਾੜੇ ਤੇ ਹੁਸ਼ਿਆਰ ਕਿਉਂ ਹੋ ਗਿਆ, ਉਹ ਹੋਇਆ ਤੇ ਪਹਿਲਾਂ ਯਾਰੀ ਸੀ ਪਟਵਾਰੀਆਂ ਨਾਲ। ਸਹੀ, ਹੁਣ ਉਹ ਜਿੱਥੇ ਤੈਨੂੰ ਮੈਂ ਖੜਿਆ ਦੋ ਦਰਾਰੀ ਉਹ ਹੈ ਫਿਰ ਸਾਡੇ ਪੂਰੇ ਲਈਆ ਚ ਮੰਨੇ ਨੇ। ਸਹੀ, ਸਿਆਸੀ ਜਿਹੜੇ ਲੋਕੀ ਨੇ ਉਹਨਾਂ ਨਾਲ ਵੀ ਤੁਹਾਡੀ ਇਸਲਾਮ ਦੁਆਰਾ ਹੀ। ਹਾਂ, ਤੇ ਉਹ ਇਹ ਮਸਲੇ ਨੇ ਪੁੱਤਰ ਅੱਜ ਜਿਹੜੇ ਲੋਕ ਨੇ ਨਾ ਅੱਜ ਮੇਰਾ ਪੂਰਾ ਪੈਸਾ ਕੁਝ ਨਹੀਂ, ਬੰਦੇ ਨੂੰ ਪੈਸਾ ਬਾਹਰ ਕੁਝ ਜਿਹੜਾ ਹੈ ਆਪਣਾ ਰੱਖ ਰਖਾਓ ਰੱਖਣਾ ਚਾਹੀਦਾ ਲੋਕਾਂ ਪੈਸਾ ਦਾ। ਕੁਝ ਨਹੀਂ ਕਰਦਾ। ਠੀਕ ਹੈ, ਇਦੋਂ ਦਾ ਮਤਲਬ ਤੁਸੀਂ ਜਿਹੜੇ ਨੇ, ਮੈਂ ਪਹਿਲਾਂ ਹੀ ਪੁੱਛਿਆ ਸੀ ਕਿ ਸਿਆਸੀ ਕੰਮਾਂ ਦੇ ਵਿੱਚ ਵੀ ਰਹੇ, ਲੋਕਾਂ ਦੇ ਹੋਰ ਮਸਲੇ ਮਸਾਇਲ ਵੀ, ਲੋਕਾਂ ਦੀ ਮਦਦ ਦੀ ਆਉਣ ਜਾਣ ਲਈ ਕਿਸੇ ਦੇ ਕਈ ਮਸਲਿਆਂ ਮਸਾਇਲਾਂ 'ਚ ਰਹੇ। ਮੈਂ ਜਦੋਂ ਜ਼ਮੀਨ ਦੇ ਜਿਸਰੀ ਇੰਤਕਾਲ ਕਰਾ ਲਈ ਹੈ ਨਾ, ਉਹ ਜੂੰ ਮੇਰਾ ਲੱਕ ਵੇਲਾ ਉਹ ਚਲਿਆ, ਮੈਨੂੰ ਲੋਕ ਟਰੈਕਟਰ ਦਿੰਦੇ ਹਨ। ਸਹੀ, ਟਰੈਕਟਰ ਜਿਹੜੇ ਹਵਾ ਵਾਲਾ ਹੈ ਅੱਛਾ, ਇਹ ਲੈ ਲੈ ਤੇ ਮੇਰੀ ਨਾਲ ਚੱਲ ਕੇ ਬਚਾ ਕੇ ਤੇ ਜਮਾ ਲੈਣ ਦੇ। ਸਹੀ, ਮੈਂ ਕਿਹਾ ਮੈਂ ਇਹ ਕੰਮ ਨਹੀਂ ਕਰਦਾ। ਗਲਤ ਕੰਮਾਂ ਵਾਸਤੇ, ਗਲਤ ਜ਼ਮੀਨ ਵਾਸਤੇ। ਮੈਂ ਕਿਹਾ ਕਿ ਮੈਂ ਨਹੀਂ, ਉਹ ਕਈ ਲੋਕ ਟਰੈਕਟਰ ਵੀ ਆਉਂਦੇ ਸਨ, ਬੜੀਆਂ ਲੋਕਾਂ ਨੂੰ ਸਹੂਲਤਾਂ ਦਿੰਦੇ ਰਹੇ ਨੇ, ਸਹੀ, ਪਰ ਮੈਨੂੰ ਖੁਦਾ ਝੂਠ ਨਾ ਮਰਾ, ਮੈਂ ਕਿਹਾ ਇਹੋ ਜਿਹਾ ਕੰਮ ਨਹੀਂ। ਅੱਛਾ ਦਾਦਾ